future birds, welcome back to my channel. ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 12th ਕੈਮਿਸਟਰੀ ਚੈਪਟਰ 8 ਡੀ ਬਲੌਕ ਐਲੀਮੈਂਟਸ। ਅੱਜ ਦਾ ਆਪਣਾ ਟੌਪਿਕ ਹੈ ਇੰਟਰੋਡਕਸ਼ਨ ਕਰਾਂਗੇ ਚੈਪਟਰ ਬਾਰੇ ਕਿਉਂਕਿ ਫਰਸਟ ਲੈਕਚਰ ਹੈ। ਇਲੈਕਟ੍ਰੋਨਿਕ ਕਨਫਿਗਰੇਸ਼ਨ, वेरिएशन ऑफ एटमिक एंड आयनिक रेडियो ऑफ ट्रांजिशन एलिमेंट्स, ये सारे टॉपिक्स जो है अज की वीडियो दे विच आपां कवर करांगे। अगर तुहानूं 11th का बेसिक नहीं भी आंदा तां भी कोई स्ट्रेस नहीं लेना, तुहानूं मैं बेसिक तो करवाऊंगी, सारा क्लीयर करूंगी, कोई चीज़ ऐसी नहीं होगी जो तुहानूं इस वीडियो तो बाद नहीं समझ आएगी। सो स्टार्ट करते हैं। सब तो पहला डी ब्लॉक हुंदा की है। देखो अपने कोल कैमिस्ट्री दे विच एक हुंदा पीरियोडिक टेबल ਜਿਹਦੇ ਵਿੱਚ ਅਸੀਂ ਸਾਰੇ ਐਲੀਮੈਂਟਸ ਨੂੰ ਅਰੇਂਜ ਕੀਤਾ ਹੁੰਦਾ ਹੈ ਸਟੱਡੀ ਕਰਨ ਦੇ ਲਈ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਡੀ ਬਲੌਕ ਦੀ, ਕਿਉਂਕਿ ਐਸ ਬਲੌਕ ਹੋ ਗਿਆ, ਪੀ ਬਲੌਕ ਹੋ ਗਿਆ, ਇਹਨਾਂ ਬਾਰੇ ਜਿਹੜੀ ਸਟੱਡੀ ਹੈ ਉਹ 11th ਕਲਾਸ ਦੇ ਵਿੱਚ ਕਰਾਈ ਜਾਂਦੀ ਹੈ। ਅੱਜ ਅਸੀਂ ਪੜ੍ਹਨਾ ਡੀ ਬਲੌਕ ਬਾਰੇ। ਸੋ ਡੀ ਬਲੌਕ ਦੀ ਅੱਜ ਇੰਟਰੋਡਕਸ਼ਨ ਦੇ ਵਿੱਚ ਅਸੀਂ ਦੇਖਦੇ ਹਾਂ, ਤਾਂ ਮੈਂ ਤੁਹਾਨੂੰ ਪੀਰੀਓਡਿਕ ਟੇਬਲ ਵੀ ਦਿਖਾਉਂਗੀ। ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ। ਸੋ ਦ ਡੀ ਬਲੌਕ ਆਫ ਪੀਰੀਓਡਿਕ ਟੇਬਲ contain the elements of group 3 to 12 in which the d orbitals are progressively filled in each of the 4 long periods। ਹੁਣ ਇਸ ਲਾਈਨ ਦਾ ਕੀ ਮਤਲਬ ਹੈ ਦੇਖੋ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਪੀਰੀਓਡਿਕ ਟੇਬਲ ਦਿਖਾਣੀ ਆ। ਓਕੇ, आई होप रिकॉर्डिंग स्टार्ट हो चुकी है। सो दिस इज अ पीरियोडिक टेबल एंड ਇਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਦੇਖੋ, ਮੈਂ ਤੁਹਾਨੂੰ ਕਲੀਅਰ ਕਰ ਦਿਆਂ, ਰੁਕੋ। ਇਹ ਜਿਹੜਾ ਹੈ ਆਪਣੇ ਕੋਲੇ ਇਹ ਦੋਨੋਂ ਜਿਹੜੇ ਨੇ ਇਹ ਕੀ ਨੇ, ਇਸ ਬਲੌਕ ਦੇ ਹੈ। ਇਥੋਂ ਬੋਰਨ ਤੋਂ ਲੈ ਕੇ ਨੋਬਲ ਗੈਸਿਸ ਤੱਕ ਇਹ ਸਾਰਾ ਜਿਹੜਾ ਏਰੀਆ ਹੈ ਇਹ ਆਂਦਾ ਪੀ ਬਲੌਕ ਦੇ ਵਿੱਚ। ਹੁਣ ਜਿਹੜਾ ਰਹਿ ਗਿਆ ਸਕੈਂਡੀਅਮ ਤੋਂ ਲੈ ਕੇ ਜ਼ਿੰਕ ਤੱਕ ਤੇ ਨੀਚੇ ਦੇਖੀਏ ਤਾਂ ਐਕਟੀਨਮ ਤੋਂ ਲੈ ਕੇ ਆਪਣਾ ਇੱਥੇ ਤੱਕ ਕੋਪਰਨੀਸ਼ੀਅਮ ਤੱਕ, ਇਹ ਸਾਰਾ ਕਿਹਦੇ ਵਿੱਚ ਆਂਦਾ ਹੈ, ਡੀ ਬਲੌਕ ਦੇ ਵਿੱਚ ਆਂਦਾ ਹੈ। ਸੋ ਹੁਣ ਆਪਾਂ ਇਹਨੂੰ ਕਰੀਏ ਸਟਾਰਟ। ਓਕੇ, ਸੋ ਸਭ ਤੋਂ ਪਹਿਲਾਂ ਆਪਣੇ ਕੋਲੇ ਇੱਥੇ ਵੇਟ ਅ ਮਿਨਟ, ਆਪਾਂ ਨੂੰ ਇੱਥੇ ਕਿਹਾ ਗਿਆ ਹੈ। ਹੁਣ ਮੈਂ ਇਸ ਲਾਈਨ ਨੂੰ ਐਕਸਪਲੇਨ ਕਰਦੀ ਹਾਂ ਕਿ ਜੋ ਡੀ ਬਲੌਕ ਹੈ ਪੀਰੀਓਡਿਕ ਟੇਬਲ ਦਾ, ਇਹਦੇ ਵਿੱਚ ਐਲੀਮੈਂਟਸ ਆਉਂਦੇ ਨੇ ਗਰੁੱਪ 3 to 12। ਹੁਣ ਗਰੁੱਪ 3 to 12 ਨੂੰ ਮੈਂ ਐਕਸਪਲੇਨ ਕਰਦੀ ਹਾਂ ਉਰੇ, ਗਾਇਜ਼ ਜਸਟ 1 ਸੈਕਿੰਡ। ਓਕੇ, ਸੋ ਇਹਦੇ ਵਿੱਚ ਦੇਖੋ ਜੋ ਇਹ ਵਰਟੀਕਲੀ ਤੁਸੀਂ ਦੇਖ ਰਹੇ ਹੋਣਗੇ ਇਹ ਹੁੰਦੇ ਆ ਗਰੁੱਪਸ। ਜਿਵੇਂ ਫਸਟ ਗਰੁੱਪ ਦੇ ਵਿੱਚ ਐਰੋ ਘੁਮਾਈ ਮੈਨੇ, ਹੁਣ ਇਹ ਸੈਕਿੰਡ ਗਰੁੱਪ ਦੇ ਵਿੱਚ ਘੁਮਾਈ। ਸੋ ਹੁਣ ਮੈਨੇ ਤੁਹਾਨੂੰ ਕੀ ਕਿਹਾ, 3 to 12 ग्रुप्स ਦੇ एलिमेंट डी ब्लॉक ਚ ਆਉਂਦੇ ਆ। ਸੋ ਇਹ 3rd ਹੈ, ਇਹ 4th ਹੈ, 5th ਹੈ, 6th ਹੈ, 7th ਹੈ, 8th ਹੈ, 9th ਹੈ, 10th ਹੈ, 11th ਹੈ ਤੇ 12th ਹੈ। ਸੋ ਇਹ ਗਰੁੱਪ 3 ਤੋਂ ਲੈ ਕੇ 12 ਤੱਕ ਡੀ ਬਲੌਕ ਐਲੀਮੈਂਟਸ ਦੇ ਵਿੱਚ ਆਉਂਦੇ ਆ। ਉਸ ਤੋਂ ਬਾਅਦ ਹੈ ਹੁਣ ਇਹਨੇ ਦੱਸੇ ਐਲੀਮੈਂਟਸ ਹੁੰਦੇ ਕਿਹੜੇ ਹੈ। ਇਹ ਉਹ ਐਲੀਮੈਂਟਸ ਹੁੰਦੇ ਆ ਜਿਨ੍ਹਾਂ ਦੇ ਵਿੱਚ ਡੀ ਆਰਬਿਟਲਸ ਪ੍ਰੋਗਰੈਸਿਵਲੀ ਫਿਲ ਕੀਤੇ ਜਾਂਦੇ ਨੇ। ਪ੍ਰੋਗਰੈਸਿਵਲੀ ਫਿਲ ਯਾਨੀ ਕਿ ਇੱਕ ਇੱਕ ਕਰਕੇ ਤੁਸੀਂ ਇਹਨੂੰ ਜਦੋਂ ਜਦੋਂ ਡੀ ਬਲੌਕ ਪੜ੍ਹਦੇ ਜਾਓਗੇ ਤੁਹਾਨੂੰ ਪਤਾ ਲੱਗੂਗਾ ਵੀ ਪ੍ਰੋਗਰੈਸਿਵਲੀ ਫਿਲਡ ਦਾ ਕੀ ਮਤਲਬ ਹੈ। ਹੁਣ ਉਹ ਕਹਿ ਰਹੇ ਨੇ ਇਹਦੇ ਵਿੱਚ 4 ਪੀਰੀਅਡਸ ਆਉਂਦੇ ਆ। ਪੀਰੀਅਡਸ ਹੁੰਦੇ ਨੇ ਜੋ ਇਸ ਤਰੀਕੇ ਜਾਂਦੇ ਆ, ਜਿਵੇਂ ਮੈਂ ਹੁਣ ਐਰੋ ਇੱਕ ਪੀਰੀਅਡ ਦੇ ਵਿੱਚ ਘੁਮਾਈ ਸੀ। ਹੁਣ ਅਸੀਂ ਕੀ ਕਹਿ ਰਹੇ ਹਾਂ ਕਿ 4 ਪੀਰੀਅਡਸ ਮਿਲ ਕੇ ਡੀ ਬਲੌਕ ਬਣਾਉਂਦੇ ਆ। ਸੋ ਇਹ ਸੀ ਸਾਡਾ ਪਹਿਲਾ ਪੀਰੀਅਡ, ਇਹ ਸੀ ਸਾਡਾ ਨੀਚੇ ਵਾਲਾ ਸੈਕਿੰਡ ਪੀਰੀਅਡ, ਇਸੇ ਤਰ੍ਹਾਂ ਇਹ 3rd, ਇਸੇ ਤਰ੍ਹਾਂ ਇਹ 4th ਪੀਰੀਅਡ। ਹੁਣ ਅਸੀਂ ਅੱਗੇ ਚੱਲਦੇ ਹਾਂ। आई होप ਤੁਹਾਨੂੰ इंट्रोडक्शन क्लीयर हो गई होगी। ਹੁਣ ਅਸੀਂ ਅੱਗੇ ਚੱਲਦੇ ਹਾਂ। The name transition given to the elements of D block is only because of their position between S and P block elements। ਹੁਣ ਤੁਹਾਨੂੰ ਇੱਥੇ ਪਤਾ ਲੱਗਿਆ ਹੋਊਗਾ ਇਸ ਲਾਈਨ ਦੇ ਵਿੱਚ ਕਿ ਜਿਹੜੇ D block elements ਹੈ ਉਹਨਾਂ ਨੂੰ ਟ੍ਰਾਂਜੀਸ਼ਨਲ ਐਲੀਮੈਂਟਸ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਉਹਨਾਂ ਦੀ ਪੋਜੀਸ਼ਨ ਦੇ ਬੇਸਿਸ ਤੇ। ਉਹ ਕਿਵੇਂ ਦੇਖੋ, ਤੁਹਾਨੂੰ ਇਹ ਪਤਾ ਹੈ ਕਿ ਜੋ S block elements ਹੁੰਦੇ ਨੇ, ਫਸਟ 2 ਗਰੁੱਪ S block ਦੇ ਵਿੱਚ ਆਉਂਦੇ ਹੈ, ਇਹ ਜੋ ਐਲੀਮੈਂਟਸ ਹੁੰਦੇ ਨੇ ਇਹ ਮੈਟਲਸ ਹੁੰਦੇ ਆ। ਜੋ ਪੀ ਬਲੌਕ ਦੇ ਵਿੱਚ ਆਉਂਦੇ ਨੇ ਉਹ ਨਾਨ ਮੈਟਲਸ ਹੁੰਦੇ ਆ। ਹੁਣ ਜਿਹੜਾ ਆਪਣਾ ਡੀ ਬਲੌਕ ਹੈ ਉਹ ਕਿੱਥੇ ਆ ਰਿਹਾ ਹੈ? ਮੈਟਲ ਤੇ ਨਾਨ ਮੈਟਲ ਦੇ ਵਿਚਕਾਰ ਆ ਰਿਹਾ ਹੈ। ਸੋ ਅਸੀਂ ਕੀ ਕਵਾਂਗੇ, ਇਹ ਟ੍ਰਾਂਜੀਸ਼ਨਲ ਐਲੀਮੈਂਟਸ ਆ ਗਏ। ਸੌਰੀ ਫॉर द डिस्टर्बेंस ऑफ द ट्रेन। अगेन there are 4 series of transition metals, 3D series, 4D series, 5D series, 6D series। ਹੁਣ ਇਹਦਾ ਕੀ ਮਤਲਬ ਹੈ ਤੁਹਾਨੂੰ ਮੈਂ ਐਕਸਪਲੇਨ ਕਰਦੀ ਹਾਂ। ਦੇਖੋ ਜਿਹੜਾ ਫਸਟ ਪੀਰੀਅਡ ਹੈ ਇਹਨੂੰ ਕਿਹਾ ਜਾਂਦਾ ਹੈ 3D ਸੀਰੀਜ਼। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਇਹਦੇ ਵਿੱਚ ਐਲੀਮੈਂਟ ਜਾਏਗਾ ਡੀ ਬਲੌਕ ਦੇ ਵਿੱਚ, ਪਰ ਕਿਹੜੇ ਉਹਦਾ ਪ੍ਰਿੰਸੀਪਲ ਕੁਆਂਟਮ ਨੰਬਰ ਦਾ 3। ਸੋ ਅਸੀਂ ਕਵਾਂਗੇ ਇਹਦੇ ਵਿੱਚ ਜੋ ਇਲੈਕਟ੍ਰੋਨ ਜਾਣਗੇ ਉਹ 3D ਦੇ ਵਿੱਚ ਜਾਣਗੇ।
ਨੀਚੇ ਆਵਾਂਗੇ ਤਾਂ ਇਹਦੇ ਵਿੱਚ 4D ਚ ਜਾਣਗੇ, ਇਹਨੂੰ ਆਪਾਂ ਕੀ ਕਵਾਂਗੇ 4D ਸੀਰੀਜ਼। ਵੇਟ ਅ ਮਿੰਟ, ਇਹ ਨਿਕਲ ਤੇ ਹੈਂਗ ਹੋ ਚੁੱਕਾ ਹੈ ਗੈਸ। ਓਕੇ, ਸੋ ਦਿਸ ਇਜ਼ ਦ 4D ਸੀਰੀਜ਼, this is 5D series and this is 6D series। so 6D series ਜਾਂ ਜੋ ਵੀ ਸੀਰੀਜ਼ ਅਸੀਂ ਗੱਲ ਕਰ ਰਹੇ ਹਾਂ ਉਹਦਾ ਮਤਲਬ ਕੀ ਹੈ ਕਿ ਲਾਸਟ ਜਿਹੜਾ ਇਲੈਕਟ੍ਰੋਨ ਜਿਹੜਾ ਹੈ ਡੀ ਬਲੌਕ ਦੇ ਵਿੱਚ ਜਾ ਰਿਹਾ ਹੈ, ਪਰ ਕਿਹੜੇ ਉਸ 'ਚ ਜਾ ਰਹੇ ਹੈ, ਨੰਬਰ ਆਫ ਸ਼ੈਲ 'ਚ ਜਾ ਰਹੇ ਹੈ, 6th ਸ਼ੈਲ 'ਚ ਜਾ ਰਿਹਾ ਹੈ, 5th ਜਾ ਰਿਹਾ ਹੈ, 4th ਜਾ ਰਿਹਾ ਹੈ, 3rd ਜਾ ਰਿਹਾ ਹੈ। ਨੈਕਸਟ ਹੈ ਹੁਣ ਟ੍ਰਾਂਜੀਸ਼ਨ ਐਲੀਮੈਂਟਸ ਕੀ ਹੁੰਦੇ ਨੇ। ਅਸੀਂ ਇਹ ਗੱਲ ਕੀਤਾ ਕਿ ਇਹਨਾਂ ਨੂੰ ਟ੍ਰਾਂਜੀਸ਼ਨ ਐਲੀਮੈਂਟਸ ਕਿਹਾ ਜਾਂਦਾ ਹੈ, ਪਰ ਐਗਜ਼ਾਮ ਦੇ ਵਿੱਚ ਅਸੀਂ ਕੀ ਲਿਖਣਾ ਹੈ, ਸੋ ਅਸੀਂ ਲਿਖਾਂਗੇ ਟ੍ਰਾਂਜੀਸ਼ਨ ਐਲੀਮੈਂਟਸ ਉਹ ਹੁੰਦੇ ਨੇ the one which has incompletely filled d orbital in its ground state or in any one of its oxidation state। ਹੁਣ ਦੇਖੋ ਤੁਹਾਨੂੰ ਟ੍ਰਾਂਜੀਸ਼ਨ ਐਲੀਮੈਂਟਸ ਤੋਂ ਇੰਨਾ ਸਮਝਣਾ ਮੇਨ ਬੇਸਿਕਲੀ ਜਿਨ੍ਹਾਂ ਦੇ ਵਿੱਚ ਡੀ ਆਰਬਿਟਲ ਕੰਪਲੀਟਲੀ ਫਿਲ ਨਹੀਂ ਹੈ ਉਹ ਟ੍ਰਾਂਜੀਸ਼ਨ ਐਲੀਮੈਂਟਸ ਹੈ। ਜਿਨ੍ਹਾਂ ਦੇ ਵਿੱਚ ਵੀ ਸਾਡਾ ਡੀ ਆਰਬਿਟਲ ਕੰਪਲੀਟਲੀ ਫਿਲ ਹੋ ਜਾਏਗਾ, ਚਾਹੇ ਉਹ ਗਰਾਊਂਡ ਸਟੇਟ ਹੋਵੇ, ਬਸ ਤੁਸੀਂ ਇਹਨਾਂ ਯਾਦ ਰੱਖਣਾ ਜੇ ਕੰਪਲੀਟਲੀ ਫਿਲ ਹੋ ਗਿਆ ਉਹ ਟ੍ਰਾਂਜੀਸ਼ਨ ਐਲੀਮੈਂਟ ਨਹੀਂ ਹੈ। ਪਰ ਜਦੋਂ ਆਪਾਂ ਇਹ ਚੈੱਕ ਕਰਨਾ ਹੈ ਕਿ ਇਨਕੰਪਲੀਟਲੀ ਫਿਲ ਹੈ ਤਾਂ ਆਪਾਂ ਉਹਦੇ ਗਰਾਊਂਡ ਸਟੇਟ ਵੀ ਚੈੱਕ ਕਰ ਸਕਦੇ ਹਾਂ ਜਾਂ ਕਿਸੇ ਆਕਸੀਡੇਸ਼ਨ ਸਟੇਟ ਦੇ ਵਿੱਚ ਵੀ ਚੈੱਕ ਕਰ ਸਕਦੇ ਹਾਂ। ਅਗਰ ਕਿਤੇ ਵੀ ਉਹਦੇ ਕੋਲ ਡੀ ਆਰਬਿਟਲ ਇਨਕੰਪਲੀਟਲੀ ਫਿਲਡ ਹੈ ਤਾਂ ਉਹ ਟ੍ਰਾਂਜੀਸ਼ਨਲ ਐਲੀਮੈਂਟ ਦੇ ਅੰਦਰ ਆ ਜਾਏਗਾ। ਹੁਣ ਅਸੀਂ ਇੱਥੇ ਗੱਲ ਕਰੀਏ ਐਕਸੈਪਸ਼ਨ ਦੀ, ਸੋ ਸਾਰੇ ਡੀ ਬਲੌਕ ਐਲੀਮੈਂਟ ਟ੍ਰਾਂਜੀਸ਼ਨ ਐਲੀਮੈਂਟ ਦੇ ਵਿੱਚ ਨਹੀਂ ਆਉਂਦੇ। ਜ਼ਿੰਕ, ਕੈਡਮੀਅਮ ਤੇ ਮਰਕਰੀ ਇਹ ਤਿੰਨੋਂ ਜਿਹੜੇ ਨੇ ਇਹ ਟ੍ਰਾਂਜੀਸ਼ਨ ਐਲੀਮੈਂਟਸ ਦੀ ਕੈਟਾਗਰੀ 'ਚ ਨਹੀਂ ਆਉਂਦੇ ਬਿਕੋਜ਼ ਇਹਨਾਂ ਦੀ ਜਿਹੜੀ ਕੌਨਫੀਗਰੇਸ਼ਨ ਹੈ ਯਾਨੀ ਕਿ ਇਹਨਾਂ ਦੇ ਡੀ ਸਬਸ਼ੈਲ ਦੇ ਵਿੱਚ ਜਿਹਨੇ ਡੀ ਆਰਬਿਟਲ ਦੇ ਵਿੱਚ ਸੌਰੀ ਡੀ ਆਰਬਿਟਲ ਦੇ ਵਿੱਚ ਜੋ ਇਲੈਕਟ੍ਰੋਨਸ ਹੈ ਉਹ ਫੁੱਲ ਹੁੰਦੇ ਆ, 10 ਦੇ 10 ਹੁੰਦੇ ਆ। ਜਿਹੜਾ ਡੀ ਆਰਬਿਟਲ ਹੁੰਦਾ ਇਹਦੇ ਵਿੱਚ ਮੈਕਸਿਮਮ 10 ਇਲੈਕਟ੍ਰੋਨਸ ਆਉਂਦੇ ਆ ਤੇ 10 ਦੇ 10 ਇਹਨਾਂ ਕੋਲੇ ਤਿੰਨਾਂ ਕੋਲੇ ਜ਼ਿੰਕ, ਕੈਡਮੀਅਮ ਆਪਣਾ ਮਰਕਰੀ ਇਹਨਾਂ ਤਿੰਨਾਂ ਕੋਲੇ ਫੁੱਲ ਹੈ। ਸੋ ਇਸ ਕਰਕੇ ਅਸੀਂ ਇਹਨਾਂ ਨੂੰ ਟ੍ਰਾਂਜੀਸ਼ਨ ਐਲੀਮੈਂਟਸ ਦੇ ਅੰਦਰ ਨਹੀਂ ਲੈਂਦੇ। ਤੇ ਇਹ ਵੀ ਤੁਸੀਂ ਯਾਦ ਰੱਖਣਾ ਚਾਹੇ ਗਰਾਊਂਡ ਸਟੇਟ ਹੈ ਚਾਹੇ ਇਹਨਾਂ ਦੀ ਕਾਮਨ ਆਕਸੀਡੇਸ਼ਨ ਸਟੇਟ ਹੈ, ਕਿਸੇ ਵਿੱਚ ਵੀ ਇਹਨਾਂ ਦੀ ਜਿਹੜੀ ਕੌਨਫੀਗਰੇਸ਼ਨ ਹੈ ਉਹ ਇਨਕੰਪਲੀਟਲੀ ਫਿਲਡ ਨਹੀਂ ਹੈ ਡੀ ਆਰਬਿਟਲ ਦੀ। ਠੀਕ ਹੈ, ਹੁਣ ਅਸੀਂ ਇਹਦੇ ਥੋੜੀ ਸੀ ਗੱਲ ਕਰੀਏ ਜੇ ਤੁਹਾਨੂੰ ਇਹ ਲਾਈਨ ਅਜੇ ਵੀ ਸਮਝ ਨਹੀਂ ਆਈ, ਵੇਟ ਮੈਂ ਤੁਹਾਨੂੰ ਕਰਕੇ ਦਿਖਾ ਦਿੰਦੀ ਹਾਂ। ਜਿਵੇਂ ਆਪਣੇ ਕੋਲ ਜ਼ਿੰਕ ਹੈ, ਜ਼ਿੰਕ ਦੀ ਜੋ ਆਪਣੇ ਕੋਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆਉਂਦੀ ਹੈ ਉਹ ਅਸੀਂ ਕਿੱਦਾਂ ਲਿਖਦੇ ਹਾਂ, ਦੇਖੋ ਇਹ ਆਪਣੇ ਕੋਲ ਜ਼ਿੰਕ ਹੈ। ਜ਼ਿੰਕ ਤੋਂ ਪਹਿਲਾਂ ਨੋਬਲ ਗੈਸ ਕਿਹੜੀ ਆ ਰਹੀ ਹੈ, ਆਰਗਨ। ਆਰਗਨ ਦੇ ਰਿਸਪੈਕਟ 'ਚ ਆਪਾਂ ਜੇ ਜ਼ਿੰਕ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖੀਏ ਤਾਂ ਉਹ ਸਾਡੇ ਕੋਲ ਕੀ ਆ ਜਾਂਦੀ ਹੈ, ਉਹ ਸਾਡੇ ਕੋਲ ਆਏਗੀ ਆਪਣੀ ਆਰਗਨ ਲਿਖਣ ਤੋਂ ਬਾਅਦ ਬ੍ਰੈਕਟ ਦੇ ਵਿੱਚ ਅਸੀਂ ਪਹਿਲਾਂ ਆਰਗਨ ਲਿਖਾਂਗੇ ਬਿਕੋਜ਼ ਇਹ ਮੈਂਸ਼ਨ ਕਰਨਾ ਜ਼ਰੂਰੀ ਹੈ ਕਿ ਆਰਗਨ ਤੱਕ ਦੀ ਜਿਹੜੀ ਕੌਨਫੀਗਰੇਸ਼ਨ ਹੈ ਉਹ ਸਾਡੀ ਬਿਲਕੁਲ ਸੇਮ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਏਗੀ 4s2 3d10। ਹੁਣ ਇੱਥੇ 3d10 ਕਿਉਂ ਹੈ, ਕਿਉਂਕਿ 3d ਸੀਰੀਜ਼ ਦਾ ਐਲੀਮੈਂਟ ਹੈ ਤੇ ਇਹਦੇ ਵਿੱਚ ਦੇਖਿਆ ਜਾਏ ਤਾਂ 3d10 ਯਾਨੀ ਕਿ 10 ਦੇ 10 ਇਲੈਕਟ੍ਰੋਨਸ ਹੈ, ਇਸ ਕਰਕੇ ਇਹ ਟ੍ਰਾਂਜੀਸ਼ਨ ਐਲੀਮੈਂਟ ਦੀ ਕੈਟਾਗਰੀ 'ਚ ਨਹੀਂ ਆਉਂਦਾ। ਸੋ ਜ਼ਿੰਕ, ਕੈਡਮੀਅਮ ਤੇ ਮਰਕਰੀ तीनों ही ट्रांजिशन एलिमेंट नहीं है। आई होप सो समझ आ गया होगा, तो मैंने काफी अच्छी तरह एक्सप्लेन किया है। नेक्स्ट है however being the last member of the three transition series the chemistry studied along the chemistry of transition metals। ਹੁਣ ਤੁਸੀਂ ਕਹੋਗੇ ਕਿ ਸਾਨੂੰ ਕਿਉਂ ਪੜਾਇਆ ਜਾ ਰਿਹਾ ਹੈ ਫਿਰ ਇਹਨਾਂ ਤਿੰਨਾਂ ਬਾਰੇ ट्रांजिशन एलिमेंट्स ਦੇ ਨਾਲ ਹੀ ਕਿਉਂ ਪੜਾਇਆ ਜਾ ਰਿਹਾ ਹੈ, ਤਾਂ ਕਿਉਂਕਿ ਇਹ ਆਪਣੇ ਟ੍ਰਾਂਜੀਸ਼ਨ ਮੈਟਲਸ ਦੇ ਨਾਲ ਹੀ ਹੈ, ਲਾਸਟ ਦੇ ਵਿੱਚ ਪਏ ਹੈ, ਤਿੰਨ ਜਿਹੜੇ ਟ੍ਰਾਂਜੀਸ਼ਨ ਸੀਰੀਜ਼ ਦੇ ਮੈਂਬਰ ਹੈ, ਇਸ ਕਰਕੇ ਅਸੀਂ ਇਹਨਾਂ ਦੀ ਕੈਮਿਸਟਰੀ ਨਾਲ ਹੀ ਪੜਾ ਦਿੰਦੇ ਹਾਂ। ਨੈਕਸਟ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਹੁਣ ਡੀ ਬਲੌਕਸ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਦੇ ਬਾਰੇ। ਹੁਣੀ ਮੈਂ ਤੁਹਾਨੂੰ ਦੱਸ ਕੇ ਹਟੀ ਹਾਂ ਜਿਵੇਂ ਜ਼ਿੰਕ ਦੀ ਦੱਸੀ ਸੀ, ਆਰਗਨ ਤੋਂ ਬਾਅਦ ਜੇ ਆਪਾਂ ਲਿਖੀਏ ਉਹ ਕੀ ਬਣਦੀ ਹੈ ਇਹਦੀ 4s2 3d10। ਹੁਣ ਇਹਦਾ ਮਤਲਬ ਕੀ ਹੋਇਆ, ਇੱਕ ਸੈਕਿੰਡ, 4s2 3d10 ਤੁਸੀਂ 11th ਕਲਾਸ ਦੇ ਵਿੱਚ ਆਫਬੋ ਪ੍ਰਿੰਸੀਪਲ ਪੜਿਆ ਹੋਣਾ। ਅਗਰ ਪੜਿਆ ਤਾਂ ਠੀਕ ਹੈ, ਨਹੀਂ ਪੜਿਆ ਕੋਈ ਗੱਲ ਨਹੀਂ, ਤੁਹਾਨੂੰ ਸਾਰਾ ਕੁਝ ਮੈਂ ਉਰੇ ਸਮਝਾਣਾ, ਤੁਹਾਨੂੰ ਕੰਪਲੀਟਲੀ ਸਮਝ ਆਏਗਾ। ਤੁਸੀਂ ਬਸ ਜੇ ਤੁਸੀਂ ਡੀ ਬਲੌਕ ਦੀ ਐਲੀਮੈਂਟ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਜਰਨਲੀ ਦੇਖ ਰਹੇ ਹੋ, ਤੁਸੀਂ ਇੰਨਾ ਯਾਦ ਰੱਖਣਾ ਹੈ ਕਿ ਜੋ ਤੁਹਾਡਾ ਆਪਣਾ ਜਿਹੜਾ ਸ਼ੈਲ ਨੰਬਰ ਹੈ ਐਸ ਦੇ ਅੱਗੇ ਹੈ ਉਹ ਡੀ ਦੇ ਅੱਗੇ ਇੱਕ ਘੱਟ ਹੋਏਗਾ। ਜਿਵੇਂ ਇੱਥੇ ਆਪਣੇ ਕੋਲ ਐਸ ਦੇ ਅੱਗੇ ਕੀ ਹੈ 4 ਹੈ ਤਾਂ ਡੀ ਦੇ ਅੱਗੇ ਉਹ -1 ਹੋਏਗਾ ਯਾਨੀ ਕਿ 3 ਹੈ। ਹੁਣ ਐਵੇਂ ਕਿਉਂ ਹੁੰਦਾ, ਕਿਉਂਕਿ ਆਪਣੇ ਕੋਲ ਜਿਹੜਾ ਆਫਬੋ ਪ੍ਰਿੰਸੀਪਲ ਹੈ ਉਹ ਕਹਿੰਦਾ ਹੈ ਕਿ ਅਸੀਂ ਇਲੈਕਟ੍ਰੋਨਸ ਨੂੰ ਇੰਕਰੀਜ਼ਿੰਗ એનર્ਜੀ ਦੇ ਵਿੱਚ ਭਰਨਾ ਹੁੰਦਾ ਹੈ, ਇੰਕਰੀਜ਼ਿੰਗ એનર્ਜੀ ਆਫ ਸ਼ੈਲਸ ਦੇ ਆਰਡਰ ਵਿੱਚ ਭਰਨਾ ਹੁੰਦਾ ਹੈ। ਸੋ ਜਦੋਂ ਆਪਾਂ
ਪੂਰਾ ਉਹਨੂੰ ਲਾਅ ਨੂੰ ਪੜ੍ਹਦੇ ਹਾਂ ਤਾਂ ਉੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਇਲੈਕਟ੍ਰੋਨਸ ਹੈ ਉਹ ਪਹਿਲਾਂ 4s ਦੇ ਵਿੱਚ ਭਰੇ ਜਾਂਦੇ ਆ, ਬਾਅਦ ਚੋਂ 3d ਦੇ ਵਿੱਚ ਭਰੇ ਜਾਂਦੇ ਆ, ਐਂਡ ਵਾਈਸ ਵਰਜ਼ਾ ਐਵੇਂ ਹਰ ਸੀਰੀਜ਼ ਦੇ ਵਿੱਚ ਹੁੰਦਾ ਹੈ। ਸੋ ਇਸੇ ਕਰਕੇ ਇੱਕ ਤਾਂ ਲਾਸਟ ਇਲੈਕਟ੍ਰੋਨ ਡੀ ਦੇ ਵਿੱਚ ਜਾ ਰਿਹਾ, ਇਸ ਕਰਕੇ ਡੀ ਬਲੌਕ ਐਲੀਮੈਂਟ ਹੈ। ਤੇ ਅਸੀਂ ਬੇਨ ਇੱਥੇ ਇੰਨਾ ਯਾਦ ਰੱਖਣਾ ਹੈ ਕਿ n-1 ਹੁੰਦਾ ਹੈ ਅਗਰ s ਦੇ ਅੱਗੇ n ਹੈ, ਤੇ ਡੀ ਦੇ ਵਿੱਚ ਮੈਕਸਿਮਮ ਇਲੈਕਟ੍ਰੋਨ 10 ਆਉਂਦੇ ਆ, ਮਿਨੀਮਮ 1 ਹੁੰਦਾ ਹੈ। ਤਾਂ ਡੀ ਦੇ ਉੱਪਰ ਅਸੀਂ ਲਿਖ ਦਾਂਗੇ ਜਨਰਲੀ 1 ਤੋਂ 10 ਦੇ ਵਿੱਚ ਇਲੈਕਟ੍ਰੋਨਸ ਆਉਂਦੇ ਆ, ਤੇ ਐਸ ਦੇ ਵਿੱਚ 1 ਤੋਂ 2 ਦੇ ਵਿੱਚ ਇਲੈਕਟ੍ਰੋਨਸ ਆਉਂਦੇ ਆ। ਆਈ ਹੋਪ ਸੋ ਕਲੀਅਰ ਹੈ। ਨੈਕਸਟ ਹੈ ਐਟੋਮਿਕ ਐਂਡ ਆਇਨਿਕ ਰੇਡੀਆਈ। ਹੁਣ ਇਨ ਜਨਰਲ ਜੇ ਆਪਾਂ ਗੱਲ ਕਰੀਏ, ions of the same charge in given series show progressive decrease in radius with increasing atomic number। आई होप ਤੁਹਾਨੂੰ ਨਹੀਂ ਸਮਝ ਆਈ ਹੋਗੀ ਲਾਈਨ, ਮੈਂ ਚੰਗੀ ਤਰ੍ਹਾਂ ਐਕਸਪਲੇਨ ਕਰਦੀ ਹਾਂ। ਹੁਣ ਆਪਾਂ ਇੱਕ ਸੀਰੀਜ਼ ਲੈ ਲਈ, ਗਿਵਨ ਸੀਰੀਜ਼ ਯਾਨੀ ਕੋਈ ਵੀ ਇੱਕ ਸੀਰੀਜ਼ ਚੱਕ ਲਓ। ਫੋਰ ਐਗਜ਼ਾਮਪਲ ਆਪਾਂ ਫਸਟ ਸੀਰੀਜ਼ ਹੀ ਚੱਕ ਲਈ 3D ਸੀਰੀਜ਼। ਹੁਣ ਜੇ ਆਪਾਂ ਸੇਮ ਚਾਰਜ ਦੇ ਆਇਨ ਲਈਏ, ਚਾਹੇ +1 ਲਗਾ ਲਓ, ਕੋਈ ਵੀ ਲਗਾ ਲਓ, ਆਪਾਂ ਸੇਮ ਚਾਰਜ ਦੇ ਆਇਨਸ ਲੈ ਲਈਏ। ਆਇਨਸ ਕਿਵੇਂ ਬਣਦੇ ਆ, ਜਾਂ ਤਾਂ ਇਲੈਕਟ੍ਰੋਨ ਲੈ ਲਓ ਜਾਂ ਇਲੈਕਟ੍ਰੋਨ ਕੱਢ ਲਓ। ਆਪਾਂ ਆਇਨਸ ਬਣਾ ਲਏ ਸੇਮ ਚਾਰਜ ਦੇ ਇੱਕ ਸੀਰੀਜ਼ ਦੇ। ਹੁਣ ਜਦੋਂ ਆਪਾਂ ਉਹਨਾਂ ਦੇ ਰੇਡੀਅਸ ਦੇਖਾਂਗੇ, ਇੰਕਰੀਜ਼ਿੰਗ ਅਟੋਮਿਕ ਨੰਬਰ ਦੇ ਬੇਸਿਸ ਤੇ ਆਪਾਂ ਅਰੇਂਜ ਕਰਕੇ ਜਦੋਂ ਉਹਨਾਂ ਦਾ ਰੇਡੀਅਸ ਦੇਖਾਂਗੇ, ਤਾਂ ਰੇਡੀਅਸ ਦੇ ਵਿੱਚ ਆਪਾਂ ਨੂੰ ਘਟਾਵ ਦਿਖੇਗਾ। This is because the new electron enters a d orbital each time the nuclear charge increases by unity, and the shielding effect of d electron is not effective. Hence net electrostatic attraction between the nuclear charge and outermost electron increases and the ionic radius decreases। ਹੁਣ ਇਸ ਪੂਰੀ ਲਾਈਨ ਦਾ ਮਤਲਬ ਕੀ ਸੀ, ਧਿਆਨ ਨਾਲ ਸਮਝੋ। ਦੇਖੋ ਜਿਵੇਂ ਆਪਾਂ ਇੰਕਰੀਜ਼ਿੰਗ ਅਟੋਮਿਕ ਨੰਬਰ ਦੀ ਗੱਲ ਕਰੀਏ, ਜਿਵੇਂ ਆਪਾਂ ਗੱਲ ਕਰਦੇ, ਵੇਟ ਲੈਟ ਮੀ ਡਰਾ। ਹੁਣ ਆਪਣੇ ਕੋਲ ਜੋ ਵੀ ਇੱਕ ਐਟਮ ਹੈ, ਠੀਕ ਹੈ, ਆਪਾਂ ਇੰਕਰੀਜ਼ਿੰਗ ਅਟੋਮਿਕ ਨੰਬਰ ਦੀ ਗੱਲ ਕਰ ਰਹੇ ਹਾਂ, ਤਾਂ ਜਿਵੇਂ ਜਿਵੇਂ ਆਪਾਂ ਮੰਨ ਲਓ ਬਾਈ ਯੂਨਿਟੀ ਆਪਾਂ ਇੰਕਰੀਜ਼ ਕਰ ਰਹੇ ਹਾਂ ਅਟੋਮਿਕ ਨੰਬਰ, ਯੂਨਿਟੀ ਯਾਨੀ ਇੱਕ ਅਟੋਮਿਕ ਨੰਬਰ ਵਧਾਉਂਦੇ ਜਾ ਰਹੇ ਹਾਂ, ਠੀਕ ਹੈ। ਸੋ ਜੇ ਮੈਂ ਅਟੋਮਿਕ ਨੰਬਰ ਵਧਾ ਰਹੀ ਹਾਂ, ਯਾਨੀ ਕਿ ਨਿਊਕਲੀਅਸ ਦੇ ਵਿੱਚ ਮੈਂ ਇੱਕ ਪ੍ਰੋਟੋਨ ਐਡ ਕਰ ਰਹੀ ਹਾਂ, ਨਾਲ ਹੀ ਇੱਕ ਇਲੈਕਟ੍ਰੋਨ ਡੀ ਦੇ ਵਿੱਚ ਡੀ ਆਰਬਿਟਲ ਦੇ ਵਿੱਚ ਐਡ ਕਰ ਰਹੀ ਹਾਂ, ਕਿਉਂਕਿ ਮੈਂ ਡੀ ਬਲੌਕ ਦੀ ਗੱਲ ਕਰ ਰਹੀ ਹਾਂ, ਇਸ ਕਰਕੇ ਮੈਂ ਇਲੈਕਟ੍ਰੋਨ ਵੀ ਡੀ ਆਰਬਿਟਲ ਦੇ ਵਿੱਚ ਹੀ ਪਾਉਂਗੀ। ਹੁਣ ਦੇਖੋ ਹੋਇਆ ਕੀ, ਜਿਵੇਂ ਮੈਨੇ ਇੱਕ ਅਟੋਮਿਕ ਨੰਬਰ ਵਧਾਇਆ, ਜਿਹੜਾ ਨਿਊਕਲੀਅਰ ਚਾਰਜ ਸੀ, ਨਿਊਕਲੀਅਸ ਦੇ ਉੱਪਰ ਚਾਰਜ ਸੀ, ਉਹ ਤਾਂ ਯੂਨਿਟ ਨਾਲ ਇੰਕਰੀਜ਼ ਹੋ, ਯਾਨੀ ਕਿ ਇੱਕ ਯੂਨਿਟ ਦੇ ਨਾਲ ਇੰਕਰੀਜ਼ ਹੋ ਗਿਆ। ਤੇ ਜੇ ਮੈਂ ਗੱਲ ਕਰਾਂ ਸ਼ੀਲਡਿੰਗ ਇਫੈਕਟ ਦੀ, ਜੋ ਡੀ ਇਲੈਕਟ੍ਰੋਨਸ ਦਾ ਹੈ ਉਹ ਬਿਲਕੁਲ ਬੇਕਾਰ ਹੁੰਦਾ। ਹੁਣ ਤੁਸੀਂ ਕਹੋਗੇ ਪਹਿਲਾਂ ਸ਼ੀਲਡਿੰਗ ਇਫੈਕਟ ਦੱਸੋ। ਦੇਖੋ ਜਿਹੜਾ ਨਿਊਕਲੀਅਸ ਹੈ ਨਾ, ਉਹ ਸਾਰੇ ਇਲੈਕਟ੍ਰੋਨਸ ਨੂੰ ਆਪਣੇ ਕਿਨੇ ਖਿੱਚ ਰਿਹਾ। ਦਿਸ ਇਜ਼ ਅਵਰ ਨਿਊਕਲੀਅਰ ਚਾਰਜ। ਹੁਣ ਜਿਹੜਾ ਇਹ ਨਿਊਕਲੀਅਰ ਚਾਰਜ ਹੈ, ਇਸ ਦੇ ਆਪੋਜ਼ਿਟ ਵੀ ਇੱਕ ਚਾਰਜ ਹੁੰਦਾ। ਤੁਹਾਨੂੰ ਮੈਂ ਚੰਗੀ ਤਰ੍ਹਾਂ ਦੱਸਦੀ ਹਾਂ, ਜੋ ਨਿਊਕਲੀਅਸ ਦੇ ਆਲੇ ਦੁਆਲੇ ਇਲੈਕਟ੍ਰੋਨਸ ਹੁੰਦੇ ਆ ਨਾ, ਉਹ ਇਲੈਕਟ੍ਰੋਨਸ ਸ਼ੀਲਡਿੰਗ ਪ੍ਰੋਵਾਈਡ ਕਰਦੇ ਨੇ ਪਿੱਛੇ ਵਾਲੇ ਇਲੈਕਟ੍ਰੋਨਸ ਨੂੰ। ਹੁਣ ਮੈਂ ਤੁਹਾਨੂੰ ਸਮਝਾਉਣੀ ਹੈ ਚੰਗੀ ਤਰ੍ਹਾਂ। ਦੇਖੋ ਤੁਹਾਡੇ ਮੂਹਰੇ ਇੱਕ ਬਲੈਕ ਬੋਰਡ ਹੈ, ਬਲੈਕ ਬੋਰਡ ਤੇ ਕਾਫੀ ਕੁਝ ਲਿਖਿਆ ਹੋਇਆ, ਮੰਨ ਲਓ ਲਾਈਕ ਟੀਵੀ ਹੈ, ਟੀਵੀ ਉੱਤੇ ਕੋਈ ਮੂਵੀ ਚੱਲ ਰਹੀ ਹੈ। ਹੁਣ ਮੈਂ ਉਹਦੇ ਅੱਗੇ ਇੱਕ ਪਰਦਾ ਲਗਾ ਦਾਂਗੀ, ਤੁਹਾਨੂੰ ਘੱਟ ਕਲੀਅਰ ਦਿਖੇਗਾ। ਕਰਦੇ ਕਰਦੇ ਮੈਂ ਬਹੁਤ ਸਾਰੇ ਪਰਦੇ ਜੇ ਤੁਹਾਡੇ ਤੇ ਟੀਵੀ ਦੇ ਵਿੱਚ ਲਗਾ ਦਾਂ, ਤੁਹਾਨੂੰ ਬਿਲਕੁਲ ਨਹੀਂ ਦਿਖੇਗਾ। ਇਸੇ ਤਰ੍ਹਾਂ ਸਮਝੋ ਕਿ ਜੋ ਨਿਊਕਲੀਅਰ ਚਾਰਜ ਹੈ, ਉਹ ਤੋਂ ਬਾਹਰਲੇ ਇਲੈਕਟ੍ਰੋਨਸ ਨੂੰ, ਮਤਲਬ ਦੂਰ ਦੇ ਸ਼ੈਲ ਵਾਲੇ ਇਲੈਕਟ੍ਰੋਨਸ ਨੂੰ ਪ੍ਰੋਟੈਕਟ ਕਰਨ ਦੇ ਲਈ, ਸ਼ੀਲਡ ਕਰਨ ਦੇ ਲਈ ਜਿਹੜੇ ਮੂਹਰਲੇ ਇਲੈਕਟ੍ਰੋਨਸ ਹੈ ਉਹ ਕੰਮ ਕਰਦੇ ਆ। ਜਿਵੇਂ ਮੈਂ ਕਹਾਂ ਜਿਹੜੇ ਇੱਥੇ ਸਾਰੇ ਇਲੈਕਟ੍ਰੋਨਸ ਪਏ ਹੈ, ਉਹ ਇਹ ਵਾਲੇ ਸ਼ੈਲ ਨੂੰ ਪ੍ਰੋਟੈਕਟ ਕਰ ਰਹੇ ਨੇ ਨਿਊਕਲੀਅਰ ਚਾਰਜ ਤੋਂ, ਯਾਨੀ ਕਿ ਨੈਟ ਨਿਊਕਲੀਅਰ ਚਾਰਜ ਜਿਹੜਾ ਹੈ ਉਹ ਘਟ ਜਾਂਦਾ ਹੈ ਲਾਸਟ ਸ਼ੈਲ ਦੇ ਇਲੈਕਟ੍ਰੋਨਸ ਤੇ। ਕੁਝ ਹੋਪਸ ਤੁਹਾਨੂੰ ਸਮਝ ਆ ਰਿਹਾ ਹੈ, ਠੀਕ ਹੈ। ਹੁਣ ਦੇਖੋ ਮੈਂ 11 ਦਾ ਟੌਪਿਕ ਇੰਨਾ ਐਕਸਪਲੇਨ ਨਹੀਂ ਕਰ ਸਕਦੀ, ਪਰ ਤੁਹਾਨੂੰ ਆਈਡੀਆ ਦੇਤਾ। ਹੁਣ ਮੈਂ ਤੁਹਾਨੂੰ ਕਹਾਂ ਜਿਹੜੇ ਐਸ ਇਲੈਕਟ੍ਰੋਨਸ ਹੈ ਕਾਫੀ ਅੱਛਾ ਸ਼ੀਲਡਿੰਗ ਇਫੈਕਟ ਦਿੰਦੇ ਆ, ਪੀ ਜਿਹੜੇ ਇਲੈਕਟ੍ਰੋਨਸ ਹੈ ਪੀ ਆਰਬਿਟਲ ਦੇ, ਉਹ ਵੀ ਕਾਫੀ ਅੱਛਾ ਸ਼ੀਲਡਿੰਗ ਇਫੈਕਟ ਪ੍ਰੋਵਾਈਡ ਕਰਦੇ ਆ। ਪਰ ਜੋ ਇਲੈਕਟ੍ਰੋਨ ਡੀ ਦੇ ਵਿੱਚ ਹੁੰਦੇ ਆ ਨਾ, ਉਹ ਬਿਲਕੁਲ ਵੀ ਅੱਛਾ ਸ਼ੀਲਡਿੰਗ ਇਫੈਕਟ ਨਹੀਂ ਪ੍ਰੋਵਾਈਡ ਕਰਦੇ, ਚੰਗੀ ਤਰ੍ਹਾਂ ਨਹੀਂ ਬਚਾ ਪਾਉਂਦੇ ਉਹ ਬਾਕੀ ਇਲੈਕਟ੍ਰੋਨਸ ਨੂੰ ਨਿਊਕਲੀਅਰ ਚਾਰਜ ਤੋਂ। ਇਸ ਕਰਕੇ ਜੋ ਨੈਟ ਇਲੈਕਟ੍ਰੋਸਟੈਟਿਕ ਅਟਰੈਕਸ਼ਨ ਹੈ ਆਪਣੇ ਨਿਊਕਲੀਅਰ ਚਾਰਜ ਤੇ ਆਊਟਰਮੋਸਟ ਇਲੈਕਟ੍ਰੋਨ ਦੀ, ਉਹ ਵੱਧ ਜਾਂਦੀ ਹੈ। ਕਹਿਣ ਦਾ ਮਤਲਬ ਕੀ ਹੈ, ਜੋ ਨਿਊਕਲੀਅਸ ਆਪਣਾ ਜ਼ੋਰ ਚਲਾ ਰਿਹਾ ਸੀ ਆਊਟਰਮੋਸਟ ਇਲੈਕਟ੍ਰੋਨ ਤੇ, ਉਹਨੂੰ ਰੋਕਣ ਵਾਲੇ ਸਿਪਾਹੀ ਕਮਜ਼ੋਰ ਸੀ। ਇਸ ਕਰਕੇ ਜਿਹੜਾ ਨਿਊਕਲੀਅਸ ਦਾ ਜ਼ੋਰ ਸੀ ਉਹ ਜ਼ਿਆਦਾ ਕੰਮ ਕਰਦਾ ਹੈ, ਤਾਂ ਜਿਹੜਾ ਸੈਲ ਦੀ ਬਾਉਂਡਰੀ ਹੈ ਥੋੜੀ ਜਿਹੀ ਇਹਦੇ ਕਿ ਨਹੀਂ ਆ ਜਾਂਦੀ ਹੈ, ਕਿਉਂਕਿ ਨਿਊਕਲੀਅਸ ਆਪਣੇ ਕੇ ਲਈ ਅਟਰੈਕਟ ਕਰੇ, ਆਪਾਂ ਕਹਿ ਸਕਦੇ ਹਾਂ ਐਟਮ ਥੋੜਾ ਸਾ ਸ਼ਰਿੰਕ ਟਾਈਪ ਦਾ ਕਰ ਜਾਂਦੇ,
ਇਹ ਤੁਸੀਂ ਸਮਝ ਰਹੇ ਹੋ ਮੈਂ ਕੀ ਕਹਿਣਾ ਚਾਹ ਰਹੀ ਹਾਂ। ਜਿਹੜਾ ਆਇਨਿਕ ਰੇਡੀਅਸ ਹੈ ਉਹ ਘਟ ਜਾਂਦਾ ਹੈ। ਸੋ ਹੁਣ ਤੁਸੀਂ ਪੂਰੀ ਲਾਈਨ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰੋ। The new electron enters the d orbital each time। ਨਿਊ ਇਲੈਕਟ੍ਰੋਨ d orbital ਦੇ ਵਿੱਚ ਆ ਰਿਹਾ ਹਰ ਵਾਰੀ, ਤੇ ਜਿਹੜਾ ਨਿਊਕਲੀਅਰ ਚਾਰਜ ਹੈ ਉਹ ਯੂਨਿਟੀ ਨਾਲ ਇੰਕਰੀਜ਼ ਕਰ ਰਿਹਾ ਹੈ। ਬਟ ਜਿਹੜਾ ਸ਼ੀਲਡਿੰਗ ਇਫੈਕਟ ਹੈ ਡੀ ਇਲੈਕਟ੍ਰੋਨਸ ਦਾ ਉਹ ਤਾਂ ਬਹੁਤ ਘੱਟ ਹੈ, ਇੰਨਾ ਇਫੈਕਟਿਵ ਹੈ ਨਹੀਂ ਹੈ। ਇਸ ਕਰਕੇ ਜਿਹੜਾ ਨੈਟ ਇਲੈਕਟ੍ਰੋਸਟੈਟਿਕ ਅਟਰੈਕਸ਼ਨ ਹੈ ਨਿਊਕਲੀਅਰ ਚਾਰਜ ਤੇ ਆਊਟਰਮੋਸਟ ਇਲੈਕਟ੍ਰੋਨ ਦੇ ਵਿੱਚ ਉਹ ਜ਼ਿਆਦਾ ਹੋ ਗਿਆ, ਜਿਸ ਕਰਕੇ ਆਇਨਿਕ ਰੇਡੀਅਸ ਘਟ ਗਿਆ। ਹੁਣ ਮੈਂ ਗੱਲ ਕਰਦੀ ਹਾਂ the filling of 4f before 5d orbital results in regular decrease in atomic radii called lanthanide contraction, which essentially compensates for the expected increase in atomic size with increasing atomic number। ਹੁਣ ਇੱਥੇ ਅਸੀਂ ਗੱਲ ਕਰ ਰਹੇ ਹਾਂ ਲੈਂਥेनॉइड ਕੰਟਰੈਕਸ਼ਨ ਦੀ। ਇੱਥੇ ਕਿਹਾ ਗਿਆ ਹੈ ਕਿ ਜੇ ਮੈਂ ਆਪਣਾ ਅਟੋਮਿਕ ਨੰਬਰ ਇੰਕਰੀਜ਼ ਕਰਾਂ ਤਾਂ ਅਟੋਮਿਕ ਸਾਈਜ਼ ਵੀ ਇੰਕਰੀਜ਼ ਹੋ ਰਿਹਾ ਹੈ, ਤੇ ਇਹਦਾ ਰੀਜ਼ਨ ਅਸੀਂ ਦਵਾਂਗੇ ਲੈਂਥेनॉइड ਕੰਟਰੈਕਸ਼ਨ। ਦੇਖੋ ਹੁੰਦਾ ਕੀ ਹੈ, ਜਦੋਂ ਆਪਾਂ 5d ਦੇ ਵਿੱਚ ਇਲੈਕਟ੍ਰੋਨਸ ਭਰਦੇ ਆ, ਸੌਰੀ ਯਾਰ ਡੀ ਬਹੁਤ ਬੇਕਾਰ ਲਿਖਿਆ ਗਿਆ। ਸੋ ਅਸੀਂ ਕੀ ਕਰਦੇ ਆ, 5d ਦੇ ਵਿੱਚ ਇਲੈਕਟ੍ਰੋਨਸ ਭਰਨ ਤੋਂ ਪਹਿਲਾਂ 4f ਦੇ ਵਿੱਚ ਇਲੈਕਟ੍ਰੋਨ ਭਰਦੇ ਆ। ਜੇ ਤੁਸੀਂ ਆਫ ਬੋ ਪ੍ਰਿੰਸੀਪਲ ਲਿਖੋਗੇ ਤੁਹਾਨੂੰ ਪਤਾ ਲੱਗ ਜਾਏਗਾ 5d ਵਿੱਚ ਇਲੈਕਟ੍ਰੋਨ ਭਰਨ ਤੋਂ ਪਹਿਲਾਂ ਅਸੀਂ 4f ਦੇ ਵਿੱਚ ਇਲੈਕਟ੍ਰੋਨ ਭਰਦੇ ਆ। ਐਸਾ ਆਫ ਬੋ ਪ੍ਰਿੰਸੀਪਲ ਦੇ ਅਕੋਰਡਿੰਗ ਹੁੰਦਾ ਹੈ। ਤੇ ਕਿਹੜੀ ਸੀਰੀਜ਼ ਦੇ ਵਿੱਚ ਹੋਊਗਾ, 5d ਸੀਰੀਜ਼ ਦੇ ਵਿੱਚ ਹੋਊਗਾ, ਕਿਉਂਕਿ ਉੱਪਰ ਜਿਹੜੀ ਆਪਾਂ ਗੱਲ ਕੀਤੀ ਸੀ ਜ਼ਿੰਕ ਵਗੈਰਾ ਦੀ, ਉਹਦੇ ਵਿੱਚ ਤਾਂ ਐਫ ਆਰਬਿਟਲ ਦਾ ਜ਼ਿਕਰ ਵੀ ਨਹੀਂ ਆਇਆ ਸੀਗਾ। ਹੁਣ ਹੁੰਦਾ ਕੀ ਹੈ, ਇਹਦੇ ਨਾਲ ਐਟੋਮਿਕ ਰੇਡੀਏ ਦੇ ਵਿੱਚ ਰੈਗੂਲਰ ਡਿਕਰੀਜ਼ ਹੁੰਦਾ ਹੈ। ਕੀ ਹੁੰਦਾ ਹੈ, ਰੈਗੂਲਰ ਡਿਕਰੀਜ਼ ਹੁੰਦਾ ਹੈ, ਕਿਉਂਕਿ ਮੈਨੇ 4f ਦੇ ਵਿੱਚ ਇਲੈਕਟ੍ਰੋਨ ਭਰੇ ਆ ਪਹਿਲਾਂ d ਚ ਭਰਨ ਤੋਂ ਪਹਿਲਾਂ, ਇਸ ਕਰਕੇ ਐਟੋਮਿਕ ਰੇਡੀਏ ਵਿੱਚ ਰੈਗੂਲਰ ਡਿਕਰੀਜ਼ ਹੁੰਦੇ। ਇਸ ਚੀਜ਼ ਨੂੰ ਲੈਂਥेनॉइड ਕੰਟਰੈਕਸ਼ਨ ਕਹਿੰਦੇ ਆ। ਰੀਜ਼ਨ ਸੇਮ ਹੈ, f ਆਮ ਵੈਰੀ ਸੌਰੀ। ਮੰਨ ਲਓ ਸਾਡੇ ਕੋਲੇ ਆਹੀ ਐਟਮ ਦੇ ਉੱਤੇ ਆਪਾਂ ਗੱਲ ਕਰ ਲੈਣੇ ਆ। ਮੰਨ ਲਓ ਮੈਨੇ f ਚ ਇਲੈਕਟ੍ਰੋਨਸ ਭਰਤੇ। ਹੁਣ ਜਿਹੜਾ ਡੀ ਇਲੈਕਟ੍ਰੋਨਸ ਹੈ ਉਹਨਾਂ ਨੂੰ f ਇਲੈਕਟ੍ਰੋਨਸ ਜ਼ਿਆਦਾ ਪ੍ਰੋਟੈਕਟ ਨਹੀਂ ਕਰ ਪਾਉਂਦੇ। ਕਿਉਂ? ਕਿਉਂਕਿ ਜਿਹੜੇ f ਇਲੈਕਟ੍ਰੋਨਸ ਹੁੰਦੇ, f ਆਰਬਿਟਲ ਦੇ ਇਲੈਕਟ੍ਰੋਨਸ ਹੁੰਦੇ ਨੇ, ਉਹਨਾਂ ਦਾ ਸ਼ੀਲਡਿੰਗ ਇਫੈਕਟ ਬਹੁਤ ਪੂਅਰ ਹੁੰਦਾ ਹੈ, ਇਹ ਵੀ ਨਹੀਂ ਬਚਾ ਪਾਉਂਦੇ। ਹੁਣ ਜਿਹੜਾ ਜਿਵੇਂ ਜਿਵੇਂ ਅਟੋਮਿਕ ਨੰਬਰ ਵਧਿਆ, ਇੱਥੇ ਆਪਣਾ ਨਿਊਕਲੀਅਰ ਚਾਰਜ ਤਾਂ ਵੱਧ ਗਿਆ ਪਰ ਸ਼ੀਲਡਿੰਗ ਇਫੈਕਟ ਘਟ ਗਿਆ, ਬਚਾਵ ਘਟ ਗਿਆ, ਦੁਸ਼ਮਣ ਆਪਣਾ ਸ਼ਕਤੀਸ਼ਾਲੀ ਹੋ ਗਿਆ, ਹਨਾ, ਇਹ ਚੀਜ਼ ਹੋਈ ਹੈ। ਇਸ ਕਰਕੇ ਜਿਹੜਾ ਅਟੋਮਿਕ ਰੇਡੀਆਈ ਡਿਕਰੀਜ਼ ਹੋ ਜਾਂਦਾ ਹੈ। ਤੇ ਉਸ ਤੋਂ ਬਾਅਦ ਲਿਖਿਆ ਹੋਇਆ ਵਿੱਚ essentially compensates for the expected increase in atomic size। ਹੁਣ ਇਹ ਕਹਿੰਦੇ ਕਿ ਇਹ ਜੋ ਚੀਜ਼ ਹੈ ਲੈਂਥेनॉइड ਕੰਟਰੈਕਸ਼ਨ, ਇਹ ਆਪਣੇ ਇਸ ਰੀਜ਼ਨ ਨੂੰ, ਇਸ ਗੱਲ ਨੂੰ ਕੰਪਨਸੇਟ ਕਰਦੀ ਹੈ, ਕਿਉਂਕਿ ਅਸੀਂ ਐਕਸਪੈਕਟ ਕੀਤਾ ਸੀ ਜਿਵੇਂ ਜਿਵੇਂ ਅਟੋਮਿਕ ਸਾਈਜ਼ ਵਧੇਗਾ, ਅਟੋਮਿਕ ਨੰਬਰ ਵਧੇਗਾ, ਅਟੋਮਿਕ ਸਾਈਜ਼ ਵਧਣਾ ਚਾਹੀਦਾ ਹੈ, ਪਰ ਲੈਂਥेनॉइड ਕੰਟਰੈਕਸ਼ਨ ਇੱਕ ਐਸਾ ਰੀਜ਼ਨ ਹੈ ਜਿਹਦੇ ਕਰਕੇ ਅਟੋਮਿਕ ਰੇਡੀਏ ਦੇ ਵਿੱਚ ਡਿਕਰੀਜ਼ ਹੁੰਦਾ ਹੈ। ਕਿਉਂਕਿ ਅਸੀਂ ਤਾਂ ਅੱਜ ਤੱਕ ਇਹੀ ਪੜ੍ਹਿਆ ਜੇ ਅਟੋਮਿਕ ਨੰਬਰ ਵਧੇਗਾ ਤਾਂ ਅਟੋਮਿਕ ਸਾਈਜ਼ ਵਧੇਗਾ, ਬਟ ਲੈਂਥेनॉइड ਕੰਟਰੈਕਸ਼ਨ ਕਰਕੇ ਕੀ ਹੁੰਦਾ, ਅਟੋਮਿਕ ਨੰਬਰ ਵਧੇਗਾ, 4 ਆਫ ਇਲੈਕਟ੍ਰੋਨ ਵਧਣਗੇ, ਤਾਂ ਜਿਹੜਾ ਨਿਊਕਲੀਅਰ ਚਾਰਜ ਹੈ ਉਹ ਵੱਧਦਾ ਜਾਏਗਾ, ਸ਼ੀਲਡਿੰਗ ਇਫੈਕਟ ਘਟਦਾ ਜਾਏਗਾ, ਜਿਸਕੇ ਕਰਕੇ ਅਟੋਮਿਕ ਰੇਡੀਆਈ ਵੀ ਘਟ ਜਾਏਗਾ। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆਇਆ ਹੋਏਗਾ ਸਾਰਾ, ਮੈंने ਬਹੁਤ ਮਿਹਨਤ ਨਾਲ ਸਮਝਾਇਆ ਹੈ। ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, and stay tuned for part 2. Thanks for watching the video.